ਹੈਲੋ एवरीवन ਵੈਲਕਮ ਟੂ ਸਿਮਰਨ ਬੁਟੀਕ ਆਰਟ ਐਂਡ ਸੁਖਵਿੰਦਰ। ਅੱਜ ਆਪਾਂ ਫਰਾਕ ਸੂਟ ਬਣਾਉਣਾ ਹੈ ਤੇ ਇਹਦੇ ਨਾਲ ਆਪਾਂ ਪਲਾਜ਼ੋ ਬਣਾਵਾਂਗੇ ਤੇ ਇਹਦੀ ਲੈਂਥ ਦਾ ਸਾਰਾ ਜਾਣੀ ਮੈਜ਼ਰਮੈਂਟ ਮੈਂ ਤੁਹਾਨੂੰ ਪਹਿਲਾਂ ਸਮਝਾ ਦੇਣੀ ਹੈਗੀ ਹੈ। ਤੇ ਟੋਟਲ ਲੈਂਥ ਹੈਗੀ ਹੈ ਜਿਹੜੀ ਉਹ ਹੈਗੀ ਆ 46 ਤੇ ਇਹਦਾ ਜਿਹੜੀ ਆਪਾਂ ਬਾਡੀ ਬਣਾਉਣੀ ਉੱਪਰੋਂ 15.5 ਹੈਗੀ ਆ ਤੇ ਜਿਹੜੀਆਂ ਕਲੀਆਂ ਕਰਨੀਆਂ ਨੇ ਥੱਲੇ ਉਹ 25 ਦੀਆਂ ਹੈਗੀਆਂ ਲੰਬਾਈ ਦੇ ਵਿੱਚ। ਤੇ ਇਹਨਾਂ ਦੇ ਵਿੱਚੋਂ ਆਪਾਂ ਮਾਰਜਨ ਰੱਖਣਾ ਹੈਗਾ। ਜਦੋਂ ਆਪਾਂ ਕਟਾਈ ਕਰੂੰਗੀ ਮੈਂ ਉਦੋਂ ਤੁਹਾਨੂੰ ਮਾਰਜਨ ਵਗੈਰਾ ਦਾ ਦੱਸੂਗੀ ਕਿ ਮੈਂ ਕਿੰਨਾ ਮਾਰਜਨ ਰੱਖੂੰਗੀ ਇਹਦੇ ਵਿੱਚ। ਤੇ ਇਹਦੀ ਬ੍ਰੈਸਟ ਹੈਗੀ ਆ ਜਿਹੜੀ ਉਹ 39 ਕਹਿ ਸਕਦੇ ਆਪਾਂ ਕਿਉਂਕਿ 19.5 ਲਿਖਿਆ ਆ। ਮੈਂ ਉਹਦੇ ਵਿੱਚ ਮੈਂ ਹਾਫ ਹੀ ਲਿਖਦੀ ਹਾਂ। ਤੇ ਜਿਹੜੀ ਵੇਸਟ ਹੈਗੀ ਆ ਉਹ 16 ਇੰਚ ਦੀ ਆ। ਤੇ ਜਦੋਂ 16 ਦਾ ਅਰਾਊਂਡ ਬਣਾਵਾਂਗੇ ਆਪਾਂ ਤੇ ਇਹ 32 ਹੋ ਜਾਊਗਾ। ਤੇ ਮੈਂ ਕਲੀਆਂ ਕੱਟਣੀਆਂ ਨੇ 16 8 ਬੈਕ ਦੀਆਂ ਹੋਣਗੀਆਂ ਤੇ 8 ਹੋਣਗੀਆਂ ਫਰੰਟ ਦੀਆਂ। ਤੇ ਇਹਨਾਂ ਦੀ ਆਪਾਂ ਜਦੋਂ 32 ਡਿਵਾਈਡਡ ਬਾਈ 16 ਕਰਾਂਗੇ ਤੇ ਆਨਸਰ ਇਹਦਾ 2 ਆ ਜਾਊਗਾ। ਤੇ ਜਿਹੜਾ ਸੀਮ ਅਲੋਂਗ ਆਪਾਂ ਸਿਲਾਈ ਦੇ ਵਿੱਚ ਦੇਣਾ ਹੈਗਾ ਉਹ 1 ਇੰਚ ਦਾ ਇਹ ਹਰੇਕ ਕਲੀ ਦੇ ਵਿੱਚ ਹੋਊਗਾ। ਆਪਾਂ 3 ਇੰਚ ਦੀ ਕਲੀ ਕੱਟਾਂਗੇ ਤੇ ਜਿਹੜਾ ਬਾਟਮ ਹੋਊਗਾ ਉਹਦੀ ਆਪਾਂ ਥੱਲੇ ਜਾ ਕੇ ਕਲੀ ਜਿੱਦਾਂ ਬਾਟਮ ਤੇ ਆਪਾਂ ਕੱਟਦੇ ਹੈਗੇ ਆ 3 ਇੰਚ ਹੋ ਗਿਆ। ਤੇ ਇੱਧਰੋਂ ਥੱਲੇ ਨੂੰ ਘੇਰਾ ਖੋਲ੍ਹਣ ਲਈ ਮੈਂ ਉਹਨੂੰ 10 ਇੰਚ ਦੀ ਕਟਾਈ ਕਰੂੰਗੀ ਤੇ ਸੀਮ ਦੇ ਵਿੱਚ ਆ ਕੇ ਆਪਣੀ 9 ਇੰਚ ਦੀ ਕਲੀ ਰੈਡੀ ਹੋ ਜਾਊਗੀ। ਤੇ ਇਹਦਾ ਜਿਹੜਾ ਘੇਰਾ ਬਣੂਗਾ ਸਾਰਾ ਰੈਡੀ ਘੇਰਾ ਬਣੂਗਾ ਉਹ 16 ਮਲਟੀਪਲਾਈ ਬਾਈ ਹੋ ਜਾਊਗਾ। ਇਹਦਾ 9 ਤੇ ਆ ਕੇ 144 ਦਾ ਹੋ ਜਾਣਾ ਇਹਦਾ ਅਰਾਊਂਡ ਜਿਹੜਾ ਹੋਊਗਾ। ਤੇ ਇਹਦਾ ਅਰਾਊਂਡ ਜਿੰਨੀ ਇਹਦਾ ਘੇਰਾ ਬਣ ਜਾਣਾ ਹੈਗਾ 144 ਇੰਚ ਦਾ ਰੈਡੀ ਘੇਰਾ ਜਿਹੜਾ ਬਣਨਾ ਹੈਗਾ। ਤਾਂ ਆਪਾਂ 10 ਇੰਚ ਦੀ ਕਲੀ ਦੀ ਬਾਟਮ ਕਟਾਈ ਕੱਟਾਂਗੇ ਤੇ 3 ਇੰਚ ਦੀ ਉੱਪਰੋਂ ਕੱਟਾਂਗੇ। ਤੇ ਹੁਣ ਮੈਂ ਇਹਨੂੰ ਸੈੱਟ ਕਰਕੇ ਕੱਪੜੇ ਨੂੰ ਤਾਂ ਫਿਰ ਮੈਂ ਤੁਹਾਨੂੰ ਦੱਸੂਗੀ। ਇਹਦੇ ਵਿੱਚ ਐਕਚੁਅਲੀ ਮੈਂ ਜਿਹੜੀ ਡਿਜ਼ਾਈਨਿੰਗ ਬਣਾਉਣੀ ਹੈਗੀ ਆ ਤੇ ਉਹ ਜਦੋਂ ਬਣਾਉਂਦਿਆਂ ਵੀ ਦੱਸ ਦੂੰਗੀ। ਜਿਹੜੀ ਹੁਣ ਐਮਬੋਡਰੀ ਵਾਲੀ ਲੇਸ ਆਉਂਦੀ ਹੁੰਦੀ ਇਹਦੇ ਜਿਹੜੇ ਸਿਲਾਈ ਲੱਗੀ ਹੁੰਦੀ ਸਾਈਡਾਂ ਤੇ ਉਹ ਰਫ ਜਿਹੀ ਲੱਗੀ ਹੁੰਦੀ ਉਹ ਮੈਂ ਸਾਰੀ ਦੇੜ ਕੇ ਉਹਨੂੰ ਪ੍ਰੈਸ ਕਰ ਲਿਆ ਹੈਗਾ। ਤੇ ਇਹਦੇ ਵਿੱਚ ਆਪਾਂ ਦੋਨੇ ਜਿਹੜੀਆਂ ਇੱਕੋ ਡਿਜ਼ਾਈਨ ਦੀਆਂ ਨੇ ਇਹ ਯੂਜ਼ ਕਰਨੀਆਂ ਹੈਗੀਆਂ ਨੇ ਵਿੱਚ ਲਗਾਉਣ ਲਈ। ਤੇ ਇਹਦੇ ਗਲੇ ਤੇ ਜਦੋਂ ਲਗਾਉਣੀ ਹੈਗੀ ਆ ਮੈਂ ਪੱਟੀ ਤੇ ਉਹਦੇ ਵਿੱਚ ਮੈਂ ਆਹ ਦੇ ਕੇ ਨਾ ਇਹਦੇ ਨਾਲ ਮੈਚਿੰਗ ਕਰਦਾ ਰੀਬਨ ਹੈਗਾ ਆ ਗੋਲਡ ਦਾ ਜਿੱਦਾਂ। ਤੇ ਉਹਦੇ ਨਾਲ ਹੀ ਆਪਾਂ ਇਹਨੂੰ ਇਸ ਤਰੀਕੇ ਦੇ ਨਾਲ ਨਾ ਬਣਾਵਾਂਗੇ ਗਲੇ ਦੀ ਪੱਟੀ ਆਹ ਜਿਹੜੀ ਚੀਜ਼ ਲਗਾ ਕੇ। ਕਿਉਂਕਿ ਜੇ ਆਪਾਂ ਉੱਦਾਂ ਹੀ ਸਿਲਾਈ ਲਗਾਵਾਂਗੇ ਤੇ ਫਿਰ ਇਹ ਸੋਹਣੀ ਨਹੀਂ ਲੱਗੀ। ਤੇ ਬਾਕੀ ਦਾ ਜਿਹੜਾ ਉਹ ਥੱਲੇ ਘੇਰੇ ਤੇ ਰੈੱਡ ਪੱਟੀ ਲਾਉਣੀ ਆ ਤੇ ਰੈੱਡ ਦੇ ਨਾਲ ਹੀ ਆਪਾਂ ਰੈੱਡ ਹੀ ਪਾਈਪਿੰਗ ਦੇਵਾਂਗੇ। ਤੇ ਇਹਦੇ ਨਾਲ ਰੈੱਡ ਹੀ ਦੁਪੱਟਾ ਮੈਂ ਰੈਡੀ ਕੀਤਾ ਆ। ਤੇ ਇਹ ਜਿਹੜੀ ਪਾਈਪਿੰਗ ਲਗਾਵਾਂਗੇ ਉਹ ਇਸ ਤਰੀਕੇ ਦੇ ਨਾਲ ਜਦੋਂ ਪਾਈਪਿੰਗ ਲੱਗੀ ਹੋਵੇ ਤਾਂ ਬਾਟਮ ਦੀ ਜਿਹੜੀ ਉਹ ਕਿਸੇ ਵੀ ਚੀਜ਼ ਦੇ ਨਾਲ ਜਿੱਦਾਂ ਇਹਦੀ ਫਿਨਿਸ਼ਿੰਗ ਵਧੀਆ ਹੁੰਦੀ ਹੈ। ਬਾਹਾਂ 'ਤੇ ਵੀ ਆਪਾਂ ਪਾਈਪਿੰਗ ਲਗਾਵਾਂਗੇ ਤੇ ਗਲੇ ਨੂੰ ਤਾਂ ਪਾਈਪਿੰਗ ਲੱਗਣੀ ਆ ਕਿਉਂਕਿ ਗਲਾ ਰਾਊਂਡ ਹੈਗਾ ਤੇ ਉੱਤੇ ਆਪਾਂ ਪਾਈਪਿੰਗ ਲਗਾਉਣੀ ਹੈਗੀ। ਤੇ ਇਹਦੇ ਮੈਂ ਕੱਪੜੇ ਦੇ ਪੀਸ ਕਰ ਲਏ ਨੇ ਜਿੱਦਾਂ ਆਹ ਬਾਹਾਂ ਨੇ 15 ਇੰਚ ਦੀਆਂ ਤੇ ਇਹ ਮੈਂ ਜਾਣੀ 18 ਇੰਚ ਦੀ ਕਟਾਈ ਕੀਤੀ ਆ ਲਾਈਨਿੰਗ ਦੀ ਵੀ ਤੇ ਐਕਚੁਅਲੀ ਕਰੇਪ ਦੇ ਪੀਸ ਦੀ ਵੀ। ਤੇ ਆਹ ਆਪਣਾ ਹੈਗਾ ਆ ਬਾਡੀ ਪਾਰਟ ਉੱਪਰਲਾ ਬਲਾਊਜ਼ ਦਾ। ਤੇ ਆਹ ਜਿਹੜਾ ਆ ਇਹ ਮੈਂ ਪੂਰਾ ਪੀਸ ਜਿੰਨਾ ਮੈਨੂੰ ਚਾਹੀਦਾ ਸੀ ਉਸੇ ਹਿਸਾਬ ਨਾਲ ਮੈਂ ਆਹ ਕਰੇਪ ਦਾ ਕੱਪੜਾ ਤੇ ਆਹ ਕਾਟਨ ਦੀ ਲਾਈਨਿੰਗ ਆ ਤੇ ਇਹ ਮੈਂ ਸਾਰੇ ਤਾਂ ਇਹਨਾਂ ਨੂੰ ਕਰ ਲਿਆ ਹੈਗਾ ਆ। ਤੇ ਹੁਣ ਮੈਂ ਇਹਨੂੰ ਪ੍ਰੈਸ ਕਰਕੇ ਸੈੱਟ ਕਰਕੇ ਕਟਿੰਗ ਦੇ ਪੀਸ ਬਣਾ ਕੇ ਪੀਸਾਂ ਦਾ ਹਿਸਾਬ ਤੁਹਾਨੂੰ ਮੈਂ ਦੱਸੂਗੀ ਮੈਂ ਕਿੰਨੇ ਬਣਾਉਂਦੀ ਹਾਂ। ਤੇ ਫਿਰ ਆਪਾਂ ਦੁਬਾਰਾ ਹਾਂਜੀ ਹੁਣ ਮੈਂ ਕੱਪੜਾ ਸੈੱਟ ਕਰ ਲਿਆ। ਆਹ ਬੈਕ ਦੇ ਪਾਰਟ ਤੇ ਇਹ ਫਰੰਟ ਦੇ ਪਾਰਟ ਮੈਂ ਸਾਰਾ ਇਕੱਠਾ ਹੀ ਕੱਟਦੀ ਹੁੰਦੀ ਹਾਂ ਆਲਵੇਜ਼। ਹੁਣ ਆਪਾਂ ਤੀਰੇ ਦੇ ਮਾਰਕ ਲਗਾਵਾਂਗੇ ਤੇ ਤੀਰਾ ਵੀ ਤੇ ਮੋਢਿਆਂ ਦੇ ਵੀ ਆ ਗਲੇ ਦੇ ਮਾਰਕ ਜਿੰਨਾ ਵੀ ਗਲਾ ਹੁੰਦਾ ਸਾਈਜ਼ ਦੇ ਹਿਸਾਬ ਨਾਲ ਕਰ ਲਵਾਂਗੇ। ਆ ਮੇਰੇ ਕੋਲ ਇਹਨਾਂ ਦੇ ਜਿਹੜੇ ਹੈਗੇ ਆ ਪੈਟਰਨ ਮੈਂ ਬਣਾਏ ਆ ਮੈਂ ਹਰੇਕ ਵਾਰੀ ਇਹਦੇ ਨਾਲ ਹੀ ਕੱਟਦੀ ਹੈਗੀ ਆ। ਤੇ ਇਹਦੇ ਨਾਲ ਇੱਕ ਤਾਂ ਕੱਟਿਆ ਛੇਤੀ ਜਾਂਦਾ ਹੈ ਤੇ ਵਿੱਚ ਸੋਚਣ ਦੀ ਵੀ ਜ਼ਿਆਦਾ ਜ਼ਰੂਰਤ ਨਹੀਂ ਪੈਂਦੀ ਹੈਗੀ। ਤੇ ਹੁਣ ਇਹ ਜਿਹੜੀ ਮੋਢੇ ਦੇ ਉੱਪਰ ਥੋੜ੍ਹੀ ਜਿਹੀ ਕਾਟ ਪਾ ਦਈਦੀ ਹੈ ਤੇ ਜਿੰਨੇ ਵੀ ਪਲੇਟਾਂ ਦੇ ਮੈਜ਼ਰਮੈਂਟ ਦੇ ਹਿਸਾਬ ਨਾਲ ਮਾਰਕ ਕਰਕੇ ਤੇ ਉਹਦੀ ਆਪਾਂ ਮਾਰਕ ਕਰਕੇ ਤੇ ਹੁਣ ਆਪਾਂ ਫਿਟਿੰਗ ਦੇ ਜਿਹੜੇ ਨਿਸ਼ਾਨ ਹੈਗਾ ਆ ਜਿੰਨਾ ਵੀ ਪਰਸਨ ਦਾ ਹੁੰਦਾ ਕਿਸੇ ਦਾ ਵੀ ਉਸੇ ਹਿਸਾਬ ਦੇ ਨਾਲ ਆਪਾਂ ਲਗਾ ਕੇ
ਤੇ ਪਲੇਟਾਂ ਦੇ ਲਈ ਥੱਲਿਓਂ ਜਿਹੜਾ ਆਪਾਂ 1 ਇੰਚ ਐਕਸਟਰਾ ਜਿਹੜਾ ਆਪਾਂ ਪਲੇਟਾਂ ਦੇ ਵਿੱਚ ਆਉਣਾ ਫਿਟਿੰਗ ਦੇ ਮਾਰਕ ਕਰਨ ਲੱਗਿਆ ਉਹਨਾਂ ਦਾ ਵਿੱਚ 1 ਇੰਚ ਦਾ ਐਕਸਟਰਾ ਮਾਰਜਨ ਰੱਖ ਲਈਦਾ ਹੈ ਤੇ ਸਾਈਡ 'ਤੇ 2 ਇੰਚ ਦਾ ਜਿੰਨਾ ਵੀ ਡਿਪੈਂਡ ਕਰਦਾ ਤੁਸੀਂ 2 ਇੰਚ ਤਾਂ ਰੱਖਣਾ ਹੀ ਚਾਹੀਦਾ, ਉਤੋਂ ਵੱਧ ਘੱਟ ਵੀ ਕਰ ਸਕਦੇ ਆ। ਤੇ ਹੁਣ ਆਪਾਂ ਜਿਹੜਾ ਗਲਾ ਕੱਟਣਾ ਹੈਗਾ ਇਕੱਲਾ ਬੈਕ ਦਾ ਕੱਟਾਂਗੇ ਤੇ ਥੱਲੇੋਂ ਜਿਹੜੇ ਦੋਨੇ ਪੀਸ ਆ ਉਹ ਰਹਿਣ ਦੇਣੇ ਲਾਈਨਿੰਗ ਦਾ ਤੇ ਫਰੰਟ ਦਾ ਜਿਹੜਾ ਆ, ਤੇ ਮੋਢਿਆਂ ਦੀ ਕਟਾਈ ਇਕੱਠੀ ਹੋ ਜਾਂਦੀ ਆ। ਤੇ ਹੁਣ ਕੋਈ ਵੀ ਜਿਹੜੀ ਤਿੱਖੀ ਚੀਜ਼ ਲੈ ਕੇ ਮਾਰਕ ਬਣਾ ਕੇ ਤੇ ਉਹਨਾਂ ਨੂੰ ਆਪਾਂ ਦੂਸਰੇ ਪਾਸੇ ਮਾਰਕ ਕਰ ਦਿਆਂਗੇ। ਤੇ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਹੈਗਾ ਸਾਈਡ ਦੀਆਂ ਜਿਹੜੀਆਂ ਇਹ ਹੁਣ ਸਿੱਧਾ ਮਾਰਕ ਆ ਤੇ ਆਪਾਂ ਇਹ ਕਾਟਨ ਦੀ ਲਾਈਨਿੰਗ ਆ ਤੇ ਇਹਨੂੰ 9 ਮਾਰ ਕੇ ਮਾਰਕ ਬਣ ਜਾਣਾ ਤੇ ਉਹਦੇ ਨਾਲ ਆਪਾਂ ਪੈਨਸਲ ਦੇ ਨਾਲ ਮਾਰਕ ਕਰ ਦਿੱਤਾ ਹੈਗਾ। ਤੇ ਹੁਣ ਆਪਾਂ ਫਰੰਟ ਦੀ ਜਿਹੜੀ ਆ ਮੋਹਰਲੇ ਪਾਸੇ ਦੀ ਕਟਾਈ ਹੁੰਦੀ ਆ ਇੰਚ ਸਵਾ ਇੰਚ ਦੀ ਪੈ ਜਾਂਦੀ, ਡਿਪੈਂਡ ਔਨ ਬਾਡੀ ਪਰਸਨ 'ਤੇ ਪਰ ਡਿਪੈਂਡ ਕਰਦਾ ਹੁੰਦਾ ਆ। ਤੇ ਹੁਣ ਜਿੰਨਾ ਵੀ ਆਪਣਾ ਗਲਾ ਹੈਗਾ ਫਰੰਟ ਦਾ ਗਲਾ ਵਿਆਜ ਵਿੱਚ ਚੜਾਈ ਜਿਹੜੀ ਆ ਮੈਂ ਆਲਵੇਜ਼ 4.25 ਇੰਚ ਦੀ ਕੱਟਦੀ ਹੈ, 3.25 ਇੰਚ ਦੀ ਕੱਟਦੀ ਹਾਂ ਜਿੱਦਾਂ 2.75 ਦੇ ਵਿੱਚ। ਤੇ ਇਹਦੇ ਵੀ ਪਲੇਟਾਂ ਦੇ ਫਰੰਟ 'ਤੇ ਮਾਰਕ ਲਗਾ ਕੇ ਤੇ ਆਪਾਂ ਇਹਨਾਂ ਨੂੰ ਮਾਰਕ ਕਰ ਦੇਵਾਂਗੇ। ਜਿਹੜਾ ਮੋਢੇ ਤੋਂ ਆਪਾਂ ਪਲੇਟ ਪਾਉਣੇ ਆਲਵੇਜ਼ 2 ਇੰਚ ਦਾ ਡਿਫਰੈਂਟ ਰੱਖੀਦਾ ਆ ਲੰਬੇ ਪਲੇਟ ਨਾਲੋਂ, ਤੇ ਸਾਈਡ ਵਾਲੇ ਪਲੇਟ ਦਾ ਵੀ ਜਿਹੜਾ ਹੈਗਾ ਆ ਡਿਫਰੈਂਟ ਜਿਹੜਾ ਰੱਖੀਦਾ ਆ 2 ਇੰਚ ਦਾ। ਤੇ ਪਲੇਟਾਂ ਨੂੰ ਮਾਰਕ ਕਰ ਦੇਣਾ ਚਾਹੀਦਾ ਹੈ ਸਾਈਡਾਂ ਤੋਂ, ਉਹਦੇ ਨਾਲ ਪਤਾ ਲੱਗ ਜਾਂਦਾ। ਤੇ ਕੋਈ ਤਿੱਖੀ ਚੀਜ਼ ਲੈ ਕੇ ਤੇ ਉਹਦੇ ਨਾਲ ਆਪਾਂ ਦੂਸਰੇ ਪਾਸੇ ਤੇ ਮਾਰਕ ਬਣਾ ਲਈਦੇ। ਤੇ ਹੁਣ ਆਪਾਂ ਫਰੰਟ ਦਾ ਗਲਾ ਕੱਟ ਲਿਆ ਹੈਗਾ ਹੈ। ਹਾਂਜੀ, ਮੈਂ ਕੱਪੜਾ ਸੈੱਟ ਕਰਕੇ ਰੱਖ ਲਿਆ। ਮੈਂ ਕੱਪੜੇ ਨੂੰ ਸਪੋਜ਼ ਹੁਣ ਮੇਰਾ ਕੱਪੜਾ ਜਿੰਨਾ ਮੈਨੂੰ ਕਲੀਆਂ ਲਈ ਚਾਹੀਦਾ ਸੀਗਾ, ਇਹ ਮੈਂ ਜਾਣੀ 2 ਗਜ ਕੱਪੜਾ ਆ ਮੇਰਾ ਆਹ ਜਿਹੜਾ ਆ। ਮੈਂ ਕਲੀ ਜਿਹੜੀ 28 ਇੰਚ ਦੀ ਰੈਡੀ ਕਰਨੀ ਆ ਤੇ ਉਹਦੇ ਵਿੱਚੋਂ ਜਿੱਦਾਂ ਲੇੜੀ ਵੀ ਕਰਨੀ ਆ ਥੋੜ੍ਹੀ ਜਿਹੀ ਤੇ ਕਾਣੋ ਕੂਣੋ ਵੀ ਨਿਕਲ ਸਕਦੀ ਹੈ। ਇਹਦੇ ਵਿੱਚ ਮੈਂ ਕੱਪੜਾ ਵਿੱਚ ਐਕਸਟਰਾ ਰੱਖਦੀ, ਮੈਂ ਹਰੇਕ ਵੀਡੀਓ 'ਚ ਕਹਿੰਦੀ ਕਿ ਮੈਂ ਕੱਪੜਾ ਐਕਸਟਰਾ ਰੱਖਦੀ ਹਾਂ। ਜੇ ਵਾਧੂ ਆ ਤਾਂ ਕੱਟ ਦਿਆਂਗੇ ਤੇ ਜੇ ਘੱਟ ਹੋਊਗਾ ਤੇ ਉਹਦੇ 'ਚ ਪ੍ਰੋਬਲਮ ਆ ਜਾਂਦੀ ਆ ਜ਼ਿਆਦਾ। ਇਹ ਹੁਣ ਲੰਬਾ ਕੱਪੜਾ ਸੀ, ਇਹਨੂੰ ਮੈਂ ਇਸ ਤਰੀਕੇ ਨਾਲ ਫੋਲਡ ਕਰਕੇ ਤੇ ਇਹਨੂੰ ਫਿਰ ਮੈਂ ਡਬਲ ਫੋਲਡ ਕਰ ਲਿਆ। ਇਹਦੇ ਵਿੱਚ ਟਾਈਮ ਵੀ ਘੱਟ ਲੱਗਦਾ ਹੈ ਤੇ ਜਗ੍ਹਾ ਵੀ ਥੋੜ੍ਹੀ ਲੱਗਦੀ ਆ ਕਲੀਆਂ ਦੀ, ਤਾਂ ਨਾਲ ਇੱਕੋ ਵਾਰੀ ਪਈਆਂ ਕਲੀਆਂ ਕੱਟ ਹੋ ਜਾਂਦੀਆਂ ਨੇ। ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕਿ ਮੈਂ ਕੱਪੜਾ ਕਿਹੜੇ ਤਰੀਕੇ ਨਾਲ ਫੋਲਡ ਕਰਦੀ ਹੈਗੀ। ਆਹ ਕੱਪੜਾ ਮੇਰਾ ਲੈਂਥ ਹੈਗੀ ਆ, ਇਹਨੂੰ ਮੈਂ ਇੱਦਾਂ ਫੋਲਡ ਕਰ ਲਿਆ ਕਲੀਆਂ ਵਾਲੇ ਨੂੰ, ਤੇ ਫਿਰ ਮੈਂ ਦੁਬਾਰਾ ਇਸ ਤਰੀਕੇ ਦੇ ਨਾਲ ਫੋਲਡ ਕਰਕੇ ਤੇ ਇਹਨੂੰ ਮੈਂ ਸੈੱਟ ਕਰਕੇ ਰੱਖ ਲਿਆ ਹੈਗਾ। ਹੁਣ ਮੈਂ ਜਦੋਂ ਕਲੀ ਕੱਟਣੀ ਇੱਧਰਲੀ ਸਾਈਡ ਤੋਂ ਸ਼ੁਰੂ ਕੀਤੀ ਸੀਗੀ ਤੇ ਆਹ ਜਿਹੜਾ ਕੱਪੜਾ ਹੈਗਾ ਆ ਮੇਰਾ ਇੱਥੇ ਇੰਨਾ ਐਕਸਟਰਾ ਨਿਕਲ ਜਾਊਗਾ ਇੱਧਰੋਂ, ਇੱਥੋਂ ਤੱਕ ਤਾਂ ਮੇਰੀ ਕਲੀ ਜਾਣੀ ਹੈ। ਆਹ ਇੰਨਾ ਕੱਪੜਾ ਜਿਹੜਾ ਹੈ ਇਹ ਐਕਸਟਰਾ ਨਿਕਲ ਜਾਣਾ ਹੈ ਕਲੀ ਦੇ ਵਿੱਚ ਸਾਈਡ 'ਤੇ। ਤੇ ਕਲੀ ਮੈਂ ਸਾਈਡ ਤੋਂ ਆਲਵੇਜ਼ ਕਲੀ ਸਾਈਡ ਤੋਂ ਰੱਖਦੀ। ਆਹ ਮੇਰੀਆਂ ਸਾਈਡ ਵਾਲੀਆਂ ਕਲੀਆਂ ਨੇ ਜਿਹੜੀਆਂ ਆਪਾਂ ਸਾਈਡ 'ਤੇ 4 ਕਲੀਆਂ ਬਣਨੀਆਂ ਨੇ, ਇੱਥੋਂ 2 ਬੈਕ ਦੀਆਂ 2 ਫਰੰਟ ਦੀਆਂ ਜਿਹੜੀਆਂ ਆਪਾਂ ਸਾਈਡ 'ਤੇ ਕਲੀਆਂ ਜੋੜਨੀਆਂ ਹੈਗੀਆਂ ਨੇ। ਤੇ ਇਹਦੇ ਵਿੱਚ ਮੇਰੀਆਂ ਕਲੀਆਂ ਬਣੀਆਂ 10 ਤੇ ਦੂਸਰਾ ਹੋਰ ਕੱਪੜਾ ਲੈ ਕੇ ਫਿਰ ਮੈਂ ਫੋਲਡ ਕਰਕੇ ਦੁਬਾਰਾ ਬਣਾ ਲੂੰਗੀ। ਤੇ ਇਹਨੂੰ ਮੈਂ ਜਿੱਦਾਂ ਇੱਧਰਲੇ ਪਾਸਿਓਂ 9 ਇੰਚ ਦਾ ਪੀਸ ਕਰ ਲਿਆ ਸੀ। ਜੇ ਮੈਂ 10 ਇੰਚ ਦਾ ਕਰਦੀ ਸੀ ਤੇ ਜ਼ਿਆਦਾ ਜਾਣੀ ਖੁੱਲ੍ਹਾ, ਕਿਉਂਕਿ ਲੈਂਥ ਘੱਟ ਆ ਤੇ ਉਹਦੇ ਨਾਲ ਫਿਰ ਇਹ ਜ਼ਿਆਦਾ ਖੁੱਲ੍ਹਾ ਬਣਨਾ ਸੀਗਾ। ਤੇ ਹੁਣ ਮੈਂ 9 ਇੰਚ ਦਾ ਰੱਖ ਕੇ ਇੱਧਰਲੇ ਸਾਈਡ 'ਤੇ ਵੀ 9 ਇੰਚ ਦਾ ਮਾਰਕ ਕਰਕੇ ਤੇ ਉਹਦਾ ਮੈਂ ਹਾਫ ਕਰਕੇ ਤੇ ਇੱਧਰੋਂ ਫਿਰ ਜਿੱਦਾਂ ਇੱਥੇ ਹਾਫ ਆ ਗਿਆ ਇਹਨੂੰ 3 ਇੰਚ ਦੀ ਇੱਥੇ ਮੈਂ ਆਪਣਾ ਬਣਾ ਲਿਆ ਜਿੱਦਾਂ ਪਾਰਟ ਬਣਾਉਣਾ ਸੀ। ਇਸ ਤੋਂ ਅੱਗੇ 9 ਇੰਚ ਤੇ ਫਿਰ ਮੈਂ ਇੱਦਾਂ ਪੈਨ ਨਹੀਂ ਲਗਾਉਣੀ ਹੁੰਦੀ, ਮੈਂ ਮਾਰਕ ਨਹੀਂ ਲਗਾਉਂਦੀ, ਫਿਰ ਮਾਰਕ ਜ਼ਿਆਦਾ ਲੱਗ ਜਾਂਦੇ ਨੇ ਫਿਰ ਪਤਾ ਨਹੀਂ ਲੱਗਦਾ। ਤੇ ਇਸ ਤੋਂ ਅੱਗੇ ਫਿਰ ਇਹ 3 ਇੰਚ ਤੇ ਇਸੇ ਹਿਸਾਬ ਦੇ ਨਾਲ ਹੁਣ ਇੱਧਰਲੀ ਕਲੀ ਆਪਣੀ ਜਿਹੜੀ ਇਹ ਪੂਰੀ 9 ਇੰਚ ਦੀ ਆ ਤੇ ਆਹ ਆਪਣੀ 3 ਇੰਚ ਦੀ ਕਲੀ ਉੱਪਰਲਾ ਪਾਸਾ ਆ ਗਿਆ ਤੇ ਆਹ ਆਪਣਾ 9 ਇੰਚ ਦਾ ਜਿਹੜਾ ਥੱਲੇ ਵਾਲਾ ਪਾਸਾ ਫਿਰ ਆ ਗਿਆ। ਇਹ ਕਲੀਆਂ ਮੇਰੀਆਂ ਬਣ ਗਈਆਂ 4, ਆਹ ਕਲੀਆਂ ਹੋ ਗਈਆਂ ਤੇ 4 ਤੇ 4 8 ਤੇ 2 10, ਤਾਂ ਮੈਨੂੰ ਚਾਹੀਦੀਆਂ 16 ਕਲੀਆਂ ਮੈਂ ਇਕੁਅਲ ਤਾਂ ਬਣਾਉਣੀ ਆ। ਮੈਂ ਇਹਦੇ ਬੈਕ 'ਤੇ ਜਿਹੜੀ ਜਿੱਪਰ ਲਾਉਣੀ ਆ, ਮਿਡਲ ਦੇ ਵਿੱਚ ਜਿੱਪਰ ਲਾਉਣੀ ਆ। ਮੈਂ ਕਲੀਆਂ 14 ਵੀ ਬਣਾ ਸਕਦੀ ਸੀ, ਫਿਰ 7 ਕਲੀਆਂ 2 ਪਾਸੇ ਆਉਣੀਆਂ ਸੀਗੀਆਂ। ਤੇ ਮੈਂ ਜਾਂ ਕਲੀਆਂ ਮੈਂ 12 ਬਣਾਵਾਂ ਜਾਂ ਮੈਂ 16 ਬਣਾਵਾਂ, 12 ਘੱਟ ਲੱਗਦੀਆਂ ਨੇ ਜਦੋਂ ਸਿਆਣੇ ਦੇ ਫਰਾਕ ਪਾਈ ਹੁੰਦੀ ਆ।
ਤੇ 16 ਕਲੀਆਂ ਮੈਂ ਬਣਾਉਣੀਆਂ ਇਸ ਕਰਕੇ। ਤੇ ਹੁਣ ਮੈਂ ਇਹਦੇ ਵਿੱਚ ਜਿਹੜਾ ਬੋਡੀ ਦੀ ਫਿਟਿੰਗ ਦੇਣ ਦੇ ਲਈ ਮੈਂ 4 ਇੰਚ ਦੀ ਸਿੱਧੀ ਕਲੀ ਰੱਖਣੀ ਆ ਇੱਥੋਂ ਇੱਦਾਂ, ਕਿਉਂਕਿ ਹੁਣ ਤਾਂ ਮੈਨੂੰ ਪਤਾ ਮੈਂ ਕੱਟਣਾ ਤਾਂ ਮੈਂ ਇੱਥੇ ਮਾਰਕ ਲਗਾ ਦੇਣਾ ਛੋਟਾ ਛੋਟਾ ਜਿਹਾ। ਇਹਦੇ ਨਾਲ ਜਿਹੜੀ ਉੱਪਰੋਂ ਪਲੇਟ ਆਪਣੇ ਲੰਬੇ ਹੋ ਜਾਣਗੇ। 15 ਇੰਚ ਦੇ ਆਪਾਂ ਬੋਡੀ ਬਣਾਉਣੀ ਆ ਤੇ ਉਹਦੇ ਨਾਲ ਜਿੱਦਾਂ ਹੁਣ ਆਪਣਾ 7 ਇੰਚ ਦਾ ਪਲੇਟ ਬਣ ਜਾਂਦਾ ਇੱਥੇ ਆ ਕੇ, ਕਿਉਂਕਿ 11 ਇੰਚ ਤੇ 11.5 ਤੇ ਉਹਨਾਂ ਦੇ ਪਲੇਟ ਪੈਂਦੇ ਨੇ ਉੱਪਰੋਂ। ਤੇ ਇਹਦੇ ਹਿਸਾਬ ਨਾਲ ਇੰਨਾ ਜਿਹੜਾ ਆਪਣੀ ਸਪੇਸ ਹੈਗੀ ਇਹ ਬੋਡੀ ਦੀ ਫਿਟਿੰਗ ਦੀ ਸਪੇਸ ਬਣ ਜਾਣੀ ਹੈ। ਹੁਣ ਮੈਂ ਇੱਥੇ ਦੂਸਰਾ ਵੀ ਜਿਹੜੀਆਂ ਮੈਨੂੰ ਕਲੀਆਂ ਹੋਰ ਚਾਹੀਦੀਆਂ ਸੀ ਮੈਂ ਕੱਪੜਾ ਸੈੱਟ ਕਰਕੇ ਤੇ ਕਲੀਆਂ ਮੈਂ ਕੱਟਣੀਆਂ ਸ਼ੁਰੂ ਕਰ ਦਿੱਤੀਆਂ ਨੇ। ਤੇ ਇਹ ਵੀ ਕਲੀਆਂ ਕੱਟ ਕੇ ਤੇ ਬਾਅਦ ਚੋਂ ਹੁਣ ਆਪਾਂ ਇਹਦੀਆਂ ਹਾਂਜੀ ਮੈਂ ਕਲੀਆਂ ਦੀ ਸਿਲਾਈ ਕਰਕੇ ਤੇ ਕਲੀਆਂ ਜੋੜ ਲਈਆਂ ਨੇ ਤੇ ਜੋੜ ਕੇ ਮੈਂ ਪ੍ਰੈਸ ਕਰ ਲਈਆਂ ਨੇ। ਆਹ ਜਿਹੜੀਆਂ ਕਲੀਆਂ ਨੇ ਆਪਣੀਆਂ ਫਰੰਟ ਦੀਆਂ ਨੇ, ਆਹ ਸਾਈਡ ਦੀਆਂ ਕਲੀਆਂ ਤੁਸੀਂ ਦੇਖ ਸਕਦੇ ਹੋ ਕਿ ਮੈਂ ਕਿਹੜੀਆਂ ਕਲੀਆਂ ਕਹੀ ਸੀ ਵੀ ਮੈਂ ਪੂਰੀਆਂ ਜਿਹੜੀਆਂ ਹਾਫ ਕਲੀਆਂ ਕੱਟਦੀਆਂ ਸਾਈਡ ਦੀਆਂ ਕਲੀਆਂ ਨੇ। ਇਹਦੇ 2 ਪਾਰਟ ਬਣਾਏ ਆਪਣੀਆਂ ਜਿਹੜੀਆਂ ਬੈਕ ਦੀਆਂ ਆਪਾਂ ਜਿੱਪ ਲਗਾਵਾਂਗੇ ਤੇ ਫਿਰ ਇਹਨੂੰ ਐ ਉਹ ਕਲੀਆਂ ਨੇ ਜੁਆਇੰਟ ਬਣਾਵਾਂਗੇ ਤਾਂ ਇੱਥੇ ਜਿੱਪਰ ਲਾ ਕੇ ਸਾਰਾ ਉੱਪਰ ਬੋਡੀ ਬਣਾ ਕੇ ਨਾਲ ਅਟੈਚ ਕਰਕੇ ਕਲੀਆਂ ਨੂੰ ਸਿਲਾਈ ਕਰਕੇ ਤੇ ਲਾਈਨਿੰਗ ਕੱਟਣਾ ਚਾਹੀਦਾ ਪਹਿਲਾਂ ਹੀ ਜੋੜਨ ਤੋਂ ਬਰਾਸ ਤੇ ਇੰਨੀ ਆਈਡੀਆ ਮੈਂ ਕਿਵੇਂ ਕੱਟਣੀ ਆ। ਤੇ ਹੁਣ ਆਪਾਂ ਕਲੀਆਂ ਦੀ ਜਿਹੜੀ ਲਾਈਨਿੰਗ ਆ ਉਹ ਕੱਟਾਂਗੇ, ਕਲੀਆਂ ਨੂੰ ਉੱਪਰ ਵਿਛਾ ਕੇ ਪ੍ਰੈਸ ਕਰਕੇ ਇਹ। ਤੇ ਹੁਣ ਮੈਂ ਇਹਨਾਂ ਦੇ ਮਾਰਕ ਲਗਾ ਕੇ ਤੇ ਮੈਂ ਕਲੀਆਂ ਦੀ ਕਟਾਈ ਆ ਜਿਹੜੀ ਲਾਈਨਿੰਗ ਦੀ ਜਿਹੜੀ ਕਟਾਈ ਆ ਉਹ ਸੇਮ ਕਰਕੇ ਤੇ ਨਾਲ ਕੱਟ ਦੇਣੀ ਹੈਗੀ ਆ। ਕਲੀਆਂ ਦੀ ਜਿਹੜੀ ਲਾਈਨਿੰਗ ਦੀ ਆਪਾਂ ਕਟਾਈ ਕਰਦੇ ਹੈਗੇ ਆ ਉਹਦੇ ਅਰਾਊਂਡ ਦੇ ਵਿੱਚ ਕਟਾਈ ਜਿਵੇਂ ਥੋੜ੍ਹੀ ਜਿਹੀ ਉੱਚਾ ਰੱਖ ਕੇ ਕੱਟਣੀ ਆ ਤੇ ਇਹਨੂੰ ਬਰਾਬਰ ਨਾਲ ਲਿਜਾ ਕੇ ਉਹ ਕੱਟ ਦੇਣਾ ਹੈਗਾ। ਜਦੋਂ ਕਲੀਆਂ ਜਿਸ ਤਰੀਕੇ ਨਾਲ ਰਾਊਂਡ ਆਉਂਦੀਆਂ ਉਸੇ ਤਰੀਕੇ ਦੇ ਨਾਲ ਫਿਰ ਆਪਣੀ ਲਾਈਨਿੰਗ ਵੀ ਰਾਊਂਡ ਹੋ ਜਾਂਦੀ ਆ। ਜਿਹੜੀ ਉੱਪਰੋਂ ਲਾਈਨਿੰਗ ਲਾਉਣੀ ਹੈਗੀ ਆ ਤੇ ਉਹ ਆਪਾਂ ਥੱਲੇ ਘੇਰੇ ਦੇ ਨਾਲ ਲਾਈਨਿੰਗ ਪਾ ਦੇਣੀ ਆ ਵਿੱਚ ਜੁਆਇੰਟ ਕਰਕੇ। ਇਹ ਆਪਣੀਆਂ ਦੋਨੇ ਲਾਈਨਿੰਗ ਜਿਹੜੀਆਂ ਆ ਇਹ ਕੱਟ ਕੇ ਤਿਆਰ ਹੋ ਗਈਆਂ ਨੇ। ਇਹਨਾਂ ਨੂੰ ਮੈਜਰਮੈਂਟ ਕਰ ਲੈਣਾ ਚਾਹੀਦਾ, ਦੋਨੋਂ ਸਾਈਡਾਂ ਤੋਂ ਇੱਕੋ ਜਿਹੀਆਂ ਹੋਣੀਆਂ ਚਾਹੀਦੀਆਂ ਨੇ। ਤੇ
ਇੱਕ ਜਿਹੜਾ ਆਪਾਂ ਬੈਕ ਤੇ ਪੱਲੇ ਲਾਉਣੇ ਉਹਨੂੰ ਮਿਡਲ ਦੇ ਵਿੱਚੋਂ ਕੱਟ ਕੇ ਉਹਦੇ 2 ਪੱਲੇ ਬਣਾ ਲੈਣੇ ਨੇ ਆਪਾਂ। ਹੁਣ ਮੈਂ ਕੱਚਾ ਕਰਕੇ ਪਲੇਟਾਂ ਪਾ ਲਈਆਂ ਨੇ। ਬਲਾਊਜ਼ ਜਿਹੜਾ ਪੀਸ ਆਪਣਾ ਉੱਪਰਲਾ ਬਣਾਉਣਾ ਸੀਗਾ, ਤੇ ਹੁਣ ਆਪਾਂ ਜਿਹੜੀ ਇਹ ਬੈਕ ਦੇ ਪਾਰਟ ਆ ਦੋਨਾਂ ਪੀਸਾਂ ਦੇ ਨਾਲ ਜੋੜ ਕੇ, ਇਹ ਜਿਹੜਾ ਹੁਣ ਬੈਕ ਦਾ ਪਾਰਟ ਸੀ ਇਹ ਅਰਾਊਂਡ ਦੇ ਵਿੱਚ ਆਉਂਦਾ ਸੀਗਾ, ਜਿੱਦਾਂ ਕਲੀਆਂ ਜੋੜਦੇ ਤਾਂ ਅਰਾਊਂਡ ਦੇ ਵਿੱਚ ਚਲੀਆਂ ਜਾਂਦੀਆਂ ਨੇ। ਹੁਣ ਆਪਾਂ ਬਲਾਊਜ਼ ਦਾ ਪੀਸ ਜਿਹੜਾ ਹੈਗਾ ਆਪਣਾ ਬੈਕ ਪਾਰਟ ਦਾ, ਉਹਨੂੰ ਵੀ ਆਪਾਂ ਅਰਾਊਂਡ ਦੇ ਵਿੱਚ ਉਸੇ ਹਿਸਾਬ ਨਾਲ ਕੱਟ ਦੇਣਾ ਹੈ। ਇਸ ਤਰੀਕੇ ਦੇ ਨਾਲ ਫਿਰ ਆਪਾਂ ਜਦੋਂ ਜੁਆਇੰਟ ਪਾਵਾਂਗੇ ਇਹਨੂੰ ਜੋੜਾਂਗੇ ਥੱਲੇ, ਤੇ ਪਰਫੈਕਟਲੀ ਫਾਈਨ ਤਰੀਕੇ ਦੇ ਨਾਲ ਆਪਣਾ ਬਣ ਕੇ ਰੈਡੀ ਹੋ ਜਾਊਗਾ। ਇਹਨਾਂ ਨੂੰ ਮੈਂ ਜੋੜ ਕੇ ਰੈਡੀ ਕਰ ਲਿਆ ਹੈ, ਤੇ ਓਵਰਲੌਕ ਵੀ ਕਰ ਲਿਆ। ਤੇ ਹੁਣ ਆਪਾਂ ਜਿਹੜੀ ਜਿੱਪ ਲਾਉਣੀ ਆ ਉਹ ਜਿੱਪ ਨੂੰ ਲਾਉਣ ਲਈ ਇੰਟਰਫੇਸਿੰਗ ਵਾਲਾ ਕੱਪੜਾ ਲਗਾ ਕੇ ਤੇ ਜਿੱਪ ਲਗਾਵਾਂਗੇ। ਹੁਣ ਜਿੱਪ ਨੂੰ ਇਹ ਜਿਹੜੀ ਪੱਟੀ ਹੈ ਉਹਨੂੰ ਆਪਾਂ ਦਮੀ ਸਿਲਾਈ ਲਗਾ ਕੇ ਜਿੱਪ ਵਾਲੀ ਪੱਟੀ ਨੂੰ ਫੋਲਡ ਕਰਕੇ ਦੋਵਾਂ ਪੱਟੀਆਂ ਨੂੰ ਰੈਡੀ ਕਰ ਲਵਾਂਗੇ। ਬਾਡੀ ਵਾਲੀ ਸਿਲਾਈਆਂ ਦੋਨਾਂ ਨੂੰ ਮੈਚ ਕਰਕੇ ਤੇ ਫਿਰ ਜਿਹੜਾ ਥੱਲਿਓਂ ਆਪਾਂ ਜੁਆਇੰਟ ਕਰਨੀ ਹੈਗੀ ਆ ਜਿੱਪਰ ਲਗਾਉਣ ਦੇ ਲਈ ਰੈਡੀ ਕਰਨ ਲਈ, ਇਹਨਾਂ ਦੋਨਾਂ ਨੂੰ ਮੈਚ ਕਰਕੇ ਤੇ ਫਿਰ ਸਿਲਾਈ ਲਗਾਉਣੀ ਹੈ। ਜਿਹੜੀ ਸਿਲਾਈ ਲਗਾਉਣੀ ਉਹ ਬਹੁਤ ਧਿਆਨ ਦੇ ਨਾਲ ਲਗਾਉਣੀ ਹੈ ਕਿ ਜਿਹੜੀ ਬਿਲਕੁਲ ਸਿੱਧੀ ਸਿਲਾਈ ਲੱਗਣੀ ਚਾਹੀਦੀ ਹੈ, ਜਿੱਦਾਂ ਪਤਾ ਨਾ ਲੱਗੇ ਕਿ ਆਪਾਂ ਜਿੱਪ ਲਈ ਕਿੱਥੇ ਐਂਡ ਕੀਤਾ ਹੋਇਆ ਸਿਲਾਈ ਦਾ। ਹੁਣ ਉੱਪਰਲੇ ਪਾਸੇ ਮੇਜਰਮੈਂਟ ਕਰਕੇ ਪੱਟੀਆਂ ਦੇ ਕੋਲ ਸਿਲਾਈ ਲਗਾਉਣੀ ਹੈ। ਆਪਾਂ ਇਹ ਜਿੱਪਰ ਜਿਹੜੀ ਆ ਕਲੋਜ਼ ਜਿੱਪਰ ਲਗਾਉਣੀ ਆ, ਆਪਾਂ ਗਲੇ ਨੂੰ ਪਾਈਪਿੰਗ ਲਗਾਉਣੀ ਆ ਤੇ ਉਹਦੇ ਨਾਲ ਸਾਫ਼ ਪਾਈਪਿੰਗ ਲੱਗਦੀ ਹੈ ਫਿਰ ਵਧੀਆ। ਜਿਹੜਾ ਐਕਸਟਰਾ ਕੱਪੜਾ ਉਹਨੂੰ ਆਪਾਂ ਕੱਟ ਦਿਆਂਗੇ ਹੁਣ। ਹੁਣ ਜਿੱਪਰ ਨੂੰ 1-2 ਵਾਰੀ ਖੋਲ੍ਹ ਕੇ ਦੇਖੋ, ਕਈ ਵਾਰੀ ਜਿੱਪਰ ਖ਼ਰਾਬ ਹੁੰਦੀ ਹੈ ਤੇ ਫਿਰ ਉਹ ਆਪਾਂ ਨੂੰ ਫਿਰ ਪ੍ਰੋਬਲਮ ਆ ਜਾਂਦੀ ਆ। ਜਿੱਪਰ ਨੂੰ ਬੰਦ ਕਰਕੇ ਉੱਪਰੋਂ ਬਰਾਬਰ ਕਰਕੇ ਸਿਲਾਈ ਕਰ ਲੈਣੀ ਹੈਗੀ ਆ। ਇਹਦੇ ਨਾਲ ਜਿੱਪਰ ਨੂੰ ਵਲ ਨਹੀਂ ਪੈਂਦਾ। ਪੱਟੀ ਨੂੰ ਖੋਲ੍ਹ ਕੇ ਪੈਨਸਲ ਦੇ ਨਾਲ ਮਾਰਕ ਕਰ ਲੈਣਾ ਦੋਨਾਂ ਪਾਸਿਆਂ ਤੋਂ, ਫਿਰ ਜਿੱਪਰ ਆਪਣੀ ਜਿਹੜੀ ਉਹ ਸੇਮ ਜਗ੍ਹਾ 'ਤੇ ਆਪਾਂ ਲੱਗਾਂਗੇ। ਪਹਿਲਾਂ ਰੈਗੂਲਰ ਫੁੱਟ ਦੇ ਨਾਲ ਹੀ ਆਪਾਂ ਜਿੱਪਰ ਨੂੰ ਸਿਲਾਈ ਕਰ ਲਵਾਂਗੇ। ਇੱਕ ਕੱਚੀ ਸਿਲਾਈ ਹੋ ਜਾਂਦੀ, ਨਾਲ ਜਿੱਪਰ ਪਰਫੈਕਟਲੀ ਫਿੱਟ ਹੋ ਕੇ ਬੈਠ ਜਾਂਦੀ ਹੈ। ਫਿਰ ਦੂਸਰੀ ਸਾਈਡ 'ਤੇ ਵੀ ਜਿੱਪਰ ਨੂੰ ਜਦੋਂ ਸਿਲਾਈ ਸ਼ੁਰੂ ਕਰਨੀ, ਪ੍ਰੋਪਰਲੀ ਕੱਪੜਾ ਸਿੱਧਾ ਕਰਕੇ ਸ਼ੁਰੂ ਕਰਨੀ ਹੈ ਕਿ ਵਲ ਨਾ ਪਵੇ ਕੱਪੜੇ ਨੂੰ।
ਹੁਣ ਸਿੰਗਲ ਫੁੱਟ ਪਾ ਕੇ ਤੇ ਆਪਾਂ ਜਿੱਪਰ ਦੀ ਸਿਲਾਈ ਜਿਹੜੀ ਪੱਕੀ ਸਿਲਾਈ ਲਗਾਵਾਂਗੇ। ਇਹ ਥੋੜ੍ਹਾ ਜਿਹਾ ਹਾਰਡ ਹੁੰਦਾ ਕੱਢਣਾ, ਕਿਉਂਕਿ ਇੱਥੇ ਕਲੋਜ਼ ਸਿਲਾਈ ਲੱਗੀ ਹੁੰਦੀ ਹੈ। ਜੇ ਦੂਰ ਸਿਲਾਈ ਲਗਾਵਾਂਗੇ ਤਾਂ ਫਿਰ ਜਿੱਪਰ ਦੀ ਸਫਾਈ ਨਹੀਂ ਆਉਂਦੀ। ਹੁਣ ਆਪਣਾ ਇਹ ਨਿਕਲ ਗਿਆ ਹੈਗਾ ਜਿੱਪਰ। ਉੱਪਰੋਂ ਪੱਕੀ ਸਿਲਾਈ ਲਗਾ ਦੇਣੀ, ਜਿੱਦਾਂ ਆਪਣੇ ਦੋਨੇ ਪਾਸੇ ਨੂੰ ਜਿਹੜੀਆਂ ਆਪਾਂ ਜਿੱਪਰ ਵਾਲੀਆਂ ਲੀਰਾਂ ਲਾਈਆਂ ਸੀ ਨਾ, ਉਹਨਾਂ ਨੂੰ ਦੋ ਪਾਸੇ ਨੂੰ ਕਰਕੇ ਸਿਲਾਈ ਲਗਾ ਕੇ ਤੇ ਹੁਣ ਆਪਾਂ ਪਾਈਪਿੰਗ ਲਗਾਵਾਂਗੇ। ਗਲੇ ਦਾ ਮਿਡਲ ਕਰਕੇ ਇਹਨੂੰ ਪੈਨ ਲਗਾ ਕੇ ਪ੍ਰੋਪਰਲੀ ਮੇਜਰਮੈਂਟ ਕਰਕੇ ਉੱਪਰ ਲਿਜਾ ਕੇ ਤੇ ਫਿਰ ਸਿਲਾਈ ਸ਼ੁਰੂ ਕਰਨੀ ਹੈ। ਛੋਟੇ ਛੋਟੇ ਟੱਕ ਪਾ ਕੇ ਤੇ ਚੱਕ ਵੀ ਜਿੱਥੇ ਰਾਊਂਡ ਆ ਜਾਂਦਾ ਉੱਥੇ ਨੇੜੇ ਪਾਉਣੇ ਚਾਹੀਦੇ ਨੇ, ਉਹਦੇ ਨਾਲ ਫਿਰ ਰਾਊਂਡ ਵਧੀਆ ਖੁੱਲ੍ਹ ਕੇ ਆਉਂਦਾ ਹੈਗਾ, ਵਲ ਨਹੀਂ ਪੈਂਦਾ ਜਦੋਂ ਆਪਾਂ ਟੱਕ ਲਗਾਏ ਹੁੰਦੇ ਆ। ਹੁਣ ਮੈਂ ਫੁੱਟ ਚੇਂਜ ਕਰ ਲਿਆ ਆ ਤੇ ਦਬਵੀਂ ਸਿਲਾਈ ਜਿਹੜੀ ਲਗਾਉਣੀ ਆ ਤੇ ਕੱਪੜੇ ਨੂੰ ਜਿੱਦਾਂ ਗਲੇ ਨੂੰ ਆਪਾਂ ਮੋੜ ਕੇ ਦੂਸਰੀ ਆਪੋਜਿਟ ਸਾਈਡ ਨੂੰ, ਤੇ ਜਿਹਦੇ ਨਾਲ ਕਿ ਆਪਣੇ ਜਿਹੜੇ ਆਪਾਂ ਟੱਕ ਪਾਏ ਹੋਏ ਨੇ, ਕੱਟ ਪਾਏ ਨੇ, ਜੇ ਗਲਾ ਲਾਉਣ ਲੱਗਿਆ ਤੇ ਉਹ ਖੁੱਲ੍ਹਦੇ ਨੇ ਤੇ ਫਿਰ ਵਲ ਨਹੀਂ ਪੈਂਦਾ ਹੈਗਾ। ਫੋਲਡ ਕਰਨ ਲੱਗਿਆ ਵੀ ਸੇਮ ਤੇ ਹੀ ਆਪਾਂ ਦੂਸਰੇ ਪਾਸੇ ਨੂੰ ਆਪੋਜਿਟ ਸਾਈਡ ਨੂੰ ਫੋਲਡ ਕਰਦੇ ਜਾਣਾ ਤੇ ਉਹਦੇ ਨਾਲ ਫਿਰ ਸਫਾਈ ਵਧੀਆ ਹੁੰਦੀ ਹੈ। ਹੁਣ ਆਪਾਂ ਜਿਹੜੀ ਜਿੱਪਰ ਵਾਲੀ ਮਿਡਲ ਵਾਲੀ ਕਲੀ ਆ ਉਹਨੂੰ ਸਿਲਾਈ ਲਗਾਉਣੀ ਹੈਗੀ ਆ। ਧਿਆਨ ਨਾਲ ਸਿਲਾਈ ਲਗਾਉਣੀ ਆ ਕਿ ਆਪਣੀ ਜਿਹੜੀ ਜਿੱਪਰ ਲੱਗੀ ਹੋਈ ਆ ਉੱਥੋਂ ਵਲ ਨਹੀਂ ਪੈਣਾ ਚਾਹੀਦਾ ਜਦੋਂ ਆਪਾਂ ਸਿਲਾਈ ਦੁਬਾਰਾ ਸ਼ੁਰੂ ਕਰਦੇ ਆ। ਦੇਖੋ ਆਪਣੀ ਹੁਣ ਸਿਲਾਈ ਬਿਲਕੁਲ ਸਾਫ਼ ਬਣ ਕੇ ਲੱਗ ਗਈ ਹੈਗੀ ਆ ਤੇ ਹੁਣ ਆਪਾਂ ਲਾਈਨਿੰਗ ਦੀ ਜਿਹੜੀ ਸਿਲਾਈ ਆ ਉਹ ਲਗਾਵਾਂਗੇ।
ਜਿੱਪਰ ਨੂੰ ਉੱਪਰੋਂ ਇੱਕ ਵਾਰੀ ਸਿਲਾਈ ਲਗਾ ਕੇ ਫਿਰ ਕੱਟਣਾ ਆ। ਕੱਟ ਕੇ ਜਿੱਪਰ ਦਾ ਇੱਕ ਸਾਈਡ ਦਾ ਪਾਸਾ ਕੱਟ ਕੇ ਤੇ ਜਿੱਪਰ ਨੂੰ ਕੱਟ ਦੇਣਾ, ਤੇ ਜਿਹੜਾ ਇੱਕ ਸਾਈਡ ਤੋਂ ਕੱਪੜਾ ਹੁੰਦਾ ਜਿੱਪ ਦਾ ਪੀਸ ਉਹਨੂੰ ਉੱਪਰ ਦੀ ਲੈ ਆਉਣਾ ਘੁਮਾ ਕੇ। ਆਪਣਾ ਬੈਕ ਪਾਰਟ ਜਿਹੜਾ ਹੈ ਉਹ ਬਣ ਕੇ ਰੈਡੀ ਹੋ ਗਿਆ ਆ। ਤੇ ਇਸੇ ਤਰੀਕੇ ਨਾਲ ਆਪਾਂ ਫਰੰਟ ਵੀ ਰੈਡੀ ਕਰ ਲਵਾਂਗੇ। ਹੁਣ ਮੈਂ ਫਰੰਟ ਰੈਡੀ ਕਰ ਲਿਆ। ਹੁਣ ਮੈਂ ਇਹਦੀ ਫਿਟਿੰਗ ਦੀ ਸਿਲਾਈ ਵੀ ਲਗਾ ਲਈ ਹੈਗੀ ਆ। ਤੇ ਜਦੋਂ ਆਪਾਂ ਪ੍ਰੈਸ ਕਰਦੇ ਹਾਂ ਫਿਰ ਆਪਾਂ ਨੂੰ ਪਤਾ ਲੱਗਦਾ ਕਈ ਵਾਰੀ ਜੇ ਕੋਈ ਵਲ ਹੋਵੇ ਤੇ ਉਹ ਫਿਰ ਨਿਕਲ ਜਾਂਦਾ ਹੈਗਾ, ਕਿਉਂਕਿ ਇੱਥੋਂ ਤੱਕ ਆਪਣੀ ਇਹ ਸਿਲਾਈ ਵਿੰਗੀ ਲੱਗੀ ਆ। ਇਹਨੂੰ ਆਪਾਂ ਦੁਬਾਰਾ ਸਿਲਾਈ ਲਗਾਵਾਂਗੇ ਇੱਥੇ ਸਾਈਡ ਤੇ। ਇਹ ਵਲ ਤਾਂ ਪੈਂਦਾ ਜਦੋਂ ਆਪਾਂ ਲਾਈਨਿੰਗ, ਤਾਂ ਜਿਹੜਾ ਐਕਚੁਅਲ ਫਰਾਕ ਦਾ ਕੱਪੜਾ ਹੁੰਦਾ ਉਹਨੂੰ ਆਪਾਂ ਸੈਪਰੇਟਲੀ ਸਿਉਣ ਦਾ ਸ਼ੁਰੂ ਕਰਦੇ, ਉੱਥੇ ਵਲ ਪੈਂਦਾ ਹੁੰਦਾ। ਤੇ ਇਹ ਵਲ ਜਿਹੜਾ ਇਹ ਪ੍ਰੈਸ ਦੇ ਨਾਲ ਹੀ ਪਤਾ ਲੱਗਦਾ ਕਿ ਆਪਣਾ ਕਿੱਥੋਂ ਸੀਨ ਵਿੰਗੀ ਆ, ਕਿੱਥੋਂ ਸਿੱਧੀ ਆ। ਤੇ ਇੱਥੋਂ ਤੁਸੀਂ ਧਿਆਨ ਨਾਲ ਦੇਖਿਓ। ਹੁਣ ਆਪਾਂ ਇਹਦੀ ਲੈਂਥ ਕਰਨੀ ਹੈਗੀ ਆ, ਵਾਧਾ ਘਾਟਾ ਜਿਹੜਾ ਹੋਊਗਾ ਥੱਲੇ ਕੱਟਾਂਗੇ। ਇਹਨੂੰ ਫੋਲਡ ਕਰਕੇ ਮੈਂ ਚੁੰਡੀਆਂ ਲਗਾ ਲਈਆਂ ਨੇ। ਨਾਲੇ ਤਾਂ ਫਿਟਿੰਗ ਦਾ ਪਤਾ ਲੱਗ ਗਿਆ, ਨਾਲੇ ਲੈਂਥ ਦਾ ਪਤਾ ਲੱਗ ਜਾਂਦਾ ਹੈਗਾ। ਤੇ ਹੁਣ ਆਪਾਂ ਇਹਦੀ ਲੇਡੀ ਜਿਹੜੀ ਆ ਥੱਲਿਓਂ ਫੋਲਡ ਕਰ ਦਿਆਂਗੇ। ਕਲੀ ਦੇ ਨਾਲ ਕਲੀ ਮੈਚ ਕਰਕੇ ਸਿਲਾਈ ਨੂੰ ਪੂਰੇ ਦਾ ਪੂਰਾ ਫੜ ਕੇ, ਜੇ ਥੋੜ੍ਹਾ ਬਹੁਤਾ ਢਿੱਲਾ ਢੁੱਲਾ ਜਿਹਾ ਕਰਨਾ ਪਵੇ ਤਾਂ ਉਹਨੂੰ ਸਿੱਧਾ ਕਰ ਲਈਦਾ ਹੈਗਾ ਵਿੱਚੋਂ। ਜੇ ਕਿਤੇ ਵਲ ਵੀ ਦੇਣਾ ਪਵੇ ਲੇਡੀ ਕਰਦਿਆਂ ਤੋਂ ਤਾਂ ਉਹ ਵੀ ਤਾਂ ਪਤਾ ਨਹੀਂ ਲੱਗਣਾ ਚਾਹੀਦਾ ਬਾਹਰਲੇ ਪਾਸੇ ਕਿ ਵਲ ਪਾਇਆ, ਵਿਚਲੇ ਪਾਸੇ ਪਾਉਣਾ ਪੈਂਦਾ, ਕਿਉਂਕਿ ਕਲੀਆਂ ਜਿਹੜੀਆਂ ਹੁੰਦੀਆਂ ਨੇ ਉਹ ਥੋੜ੍ਹੀਆਂ ਜਿਹੀਆਂ ਮਤਲਬ ਥੱਲਿਓਂ ਖੁੱਲ੍ਹੀਆਂ ਹੁੰਦੀਆਂ ਤੇ ਉੱਪਰੋਂ ਟਾਈਟ ਹੁੰਦੀਆਂ ਜਾਂਦੀਆਂ, ਕਿ ਆਪਾਂ ਰੇਬ ਦੇ ਵਿੱਚ ਕੱਟੀਆਂ ਹੁੰਦੀਆਂ। ਹਰੇਕ ਕਲੀ ਤੋਂ ਆਪਾਂ ਫੋਲਡ ਕਰਨ ਲਈ ਫੜੀਦਾ ਹੈਗਾ। ਹੁਣ ਆਪਾਂ ਲੇਸ ਰੈਡੀ ਕਰ ਲਵਾਂਗੇ ਇਹਨੂੰ ਪਾਈਪਿੰਗ ਲਗਾ ਕੇ। ਹੁਣ ਜਦੋਂ ਲੇਸ 'ਤੇ ਜਿਹੜੀ ਆਪਾਂ ਪਾਈਪਿੰਗ ਲਗਾਈ ਹੈਗੀ ਆ ਉਹਨੂੰ ਲਗਾਉਣ ਦੇ ਲਈ ਮੈਂ ਫੁੱਟ ਜਿਹੜਾ ਹੈ ਇੱਕ ਸਾਈਡ ਤੋਂ ਬਿਲਕੁਲ ਪਤਲਾ ਹੈ ਜਿੱਦਾਂ ਪਾਈਪਿੰਗ ਵਰਗਾ, ਅਤੇ ਦੂਸਰੀ ਸਾਈਡ 'ਤੇ ਜਿੱਦਾਂ ਹਾਫ, ਇਹ ਹੈਗਾ ਹਾਫ ਨਹੀਂ ਹੈਗਾ, ਇਹ ਪੌਣਾ ਕੁ ਫੁੱਟ ਹੈਗਾ ਆ। ਅਤੇ ਜਦੋਂ ਹੁਣ ਆਪਾਂ ਇਹਨੂੰ ਸਿਲਾਈ ਲਗਾਉਣੀ ਆ ਅਤੇ ਆਪਣੀ ਜਿਹੜੀ ਸਿਲਾਈ ਆ ਉਹ ਉੱਪਰ ਫਰਾਕ 'ਤੇ ਵੀ ਕੱਪੜੇ 'ਤੇ ਸਹੀ ਤਰੀਕੇ ਨਾਲ ਲੱਗਦੀ ਜਾਣੀ ਹੈ, ਅਤੇ ਪਾਈਪਿੰਗ ਦੇ ਵੀ ਕੋਲ ਜਾ ਕੇ ਸਿਲਾਈ ਲੱਗਣੀ ਹੈਗੀ ਆ। ਇਸੇ ਤਰੀਕੇ ਨਾਲ ਹੁਣ ਆਪਾਂ ਸਾਰੀ ਜਿਹੜੀ ਪਾਈਪਿੰਗ ਲਾ ਲਈ। ਹੁਣ ਇੱਥੇ ਆਪਾਂ ਜੁਆਇੰਟ ਪਾਉਣਾ ਹੈ, ਅਤੇ ਜੁਆਇੰਟ ਪਾਉਣ ਲੱਗਿਆਂ ਧਿਆਨ ਰੱਖਣਾ ਕਿ ਆਪਣਾ ਜਿਹੜਾ ਫਲਾਵਰ ਆ ਉਹ ਪੂਰਾ ਹੋਣਾ ਚਾਹੀਦਾ ਜਿੱਥੇ ਵੀ ਆਪਾਂ ਜੁਆਇੰਟ ਕਰਦੇ ਹੈਗੇ ਆ।
ਹੁਣ ਇਸ ਦੇ ਉੱਪਰ ਆਪਾਂ ਸਾਰੇ ਤੇ ਕੱਚੀ ਸਿਲਾਈ ਲਗਾ ਲਵਾਂਗੇ। ਜਿੱਦਾਂ ਉੱਪਰ ਇਹਦੇ ਆਪਾਂ ਦੂਸਰੀ ਗ੍ਰੀਨ ਵਾਲੀ ਪੱਟੀ ਰੱਖਣੀ ਆ, ਪਰ ਸਾਰੇ ਨੂੰ ਸਿਲਾਈ ਲਗਾ ਕੇ ਇਹਨੂੰ ਬੰਨ੍ਹ ਦੇਣਾ ਪਹਿਲਾਂ, ਨਹੀਂ ਤਾਂ ਵਲ ਪੈਣ ਲੱਗ ਪੈਂਦੇ ਨੇ। ਹੁਣ ਇਹਦੇ ਵਿੱਚ ਵੀ ਤੁਸੀਂ ਦੇਖੋਗੇ ਕਿ ਉੱਪਰੋਂ ਟਾਈਟ ਆਉਂਦਾ ਆ, ਅਤੇ ਇਹਨੂੰ ਆਪਾਂ ਵਲ ਪਾਉਣੇ ਪੈਣੇ। ਮੈਂ ਥੋੜ੍ਹੇ ਥੋੜ੍ਹੇ ਵਿੱਚ ਨਿੱਕੇ ਨਿੱਕੇ ਵਲ ਜਿਹੜੇ ਆ ਉਹ ਦੇ ਕੇ ਜਾਂਦੀ ਰਹੀ ਹਾਂ, ਕਿਉਂਕਿ ਬਹੁਤੇ ਵੱਡੇ ਨਹੀਂ, ਜਿੱਦਾਂ ਇਹਨੂੰ ਖੁੱਲ੍ਹਾ ਛੱਡ ਕੇ ਉੱਪਰ ਦੀ ਮਸ਼ੀਨ ਲਗਾ ਦਿੱਤੀ ਆ। ਇਹ ਆਪਣੀ ਹੁਣ ਸਾਰੀ ਸਿਲਾਈ ਲੱਗ ਗਈ ਆ। ਆ ਜਿਹੜੀ ਗ੍ਰੀਨ ਪੱਟੀ ਆ ਇਹਨੂੰ ਫੋਲਡ ਕਰਕੇ ਮੈਂ ਸਿਲਾਇਆ ਪ੍ਰੈਸ ਕਰ ਲੈਣਾ। ਜਦੋਂ ਪ੍ਰੈਸ ਕਰਨ ਲਈ ਇੱਦਾਂ ਚੁੰਡੀ ਲਾ ਕੇ ਪ੍ਰੈਸ ਕਰੋ ਤਾਂ ਖਿੱਚ ਕੇ ਪ੍ਰੈਸ ਛੇਤੀ ਹੋ ਜਾਂਦੀ ਆ। ਜੇ ਪ੍ਰੈਸ ਨਾਲ ਫੋਲਡ ਕੀਤਾ ਹੋਵੇ ਤਾਂ ਫਿਰ ਆਪਣੀ ਜਿਹੜੀ ਇਹ ਸਿਲਾਈ ਜਿਹੜੀ ਸੋਹਣੀ ਸਾਫ਼ ਲੱਗਦੀ ਹੈ। ਤੇ ਹੁਣ ਮੈਂ ਡਰੈਸ ਨੂੰ ਵੀ ਪ੍ਰੈਸ ਕਰ ਲੈਣਾ। ਹੁਣ ਆਪਾਂ ਇਹਨੂੰ ਸਾਰੀ ਨੂੰ ਧਿਆਨ ਦੇ ਨਾਲ ਸਿਲਾਈ ਕਰਨੀ ਕਿ ਸਾਰਾ ਇੱਕੋ ਜਿਹਾ ਹੀ ਹੋਣਾ ਚਾਹੀਦਾ ਹੈਗਾ। ਜਦੋਂ ਆਪਾਂ ਸਿਲਾਈ ਸ਼ੁਰੂ ਕੀਤੀ ਆ ਤੇ ਸੇਮ ਸਿਲਾਈ ਲੱਗਣੀ ਚਾਹੀਦੀ। ਇਹ ਨਾ ਹੋਵੇ ਕਿ ਸਿਲਾਈ ਆਪਣੀ ਇੱਕ ਵੱਡੀ ਇੱਕ ਛੋਟੀ ਹੋਵੇ, ਫਿਰ ਸੋਹਣੀ ਨਹੀਂ ਲੱਗਦੀ। ਹੁਣ ਇਹਦੇ ਵਿੱਚ ਜੇ ਥੋੜ੍ਹੇ ਜਿਹੇ ਜ਼ਿਆਦਾ ਵਲ ਪਾਉਣੇ ਪੈਣਗੇ ਆਪਾਂ ਨੂੰ, ਕਿਉਂਕਿ ਉੱਪਰੋਂ ਆ ਕੇ ਹੋਰ ਵੀ ਛੋਟਾ ਹੋ ਗਿਆ। ਹੁਣ ਇਹਦੇ 'ਤੇ ਆਪਾਂ ਨੂੰ ਐਂਡ ਫਿਨਿਸ਼ ਕਰਨ ਲਈ ਇਹਦੇ ਆਪਾਂ ਗੋਲਡ ਪੱਟੀ ਲਾ ਦੇਵਾਂਗੇ, ਗੋਲਡ ਰੀਬਨ ਜਿਹੜਾ ਹੈਗਾ ਹੈ। ਆਈ ਹੋਪ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਊਗੀ, ਹੈਲਪਫੁਲ ਵੀ ਹੋਊਗੀ। ਜੇ ਕੋਈ ਕੁਐਸਚਨ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ, ਅਤੇ ਮੈਂ ਟਰਾਈ ਕਰੂੰਗੀ ਤੁਹਾਡੀ ਹੈਲਪ ਕਰਨ ਦੀ। ਅਤੇ ਚੈਨਲ ਮੇਰੇ ਨੂੰ ਸਬਸਕ੍ਰਾਈਬ ਕਰਿਓ, ਅਤੇ ਵੀਡੀਓ ਨੂੰ ਲਾਈਕ ਕਰਿਓ ਅਤੇ ਸ਼ੇਅਰ ਕਰਿਓ ਫਰੈਂਡਸ ਦੇ ਵਿੱਚ।
ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਕੋਈ ਨੈਕਸਟ ਵੀਡੀਓ ਆਉਣ ਦੇ ਲਈ। अपना बॉर्डर बन के रेडी हो गया है, बिल्कुल एम्ब्रॉयडरी वर्गा लग रहा है। तो हुण आपां लाइनिंग दी लेडी कर देंगे। अपनी ड्रेस बन के रेडी हो गई है। चैनल मेरे नूं सबसक्राइब करो, लाइक करो तो शेयर करो फ्रेंड्स दे विच। ते मिलदे किसी होर वीडियो दे विच। सारिआं नूं प्यार भरी सत श्री अकाल ते रब राखा। आई होप इस वीडियो तुहाडे लई हैल्पफुल होई होगी। चैनल मेरे नूं सबसक्राइब करो, लाइक करो तो शेयर करो फ्रेंड्स दे विच। मिलते हैं आपां किसी होर वीडियो दे विच। सारिआं नूं प्यार भरी सत श्री अकाल। I hope you enjoy the video.